मैं खालिस्तान के हक च नहीं हाँ। ਇਹਦਾ ਇਹ मतलब क्यों निकलता कि मैं पंजाब ਨੂੰ नफरत करदा? ਇਹਦਾ ਇਹ मतलब क्यों निकलता कि मैं पंजाबी नहीं हाँ, कि मैं पंजाब प्रति ईर्खा रखदा? नो, पंजाब ते खालिस्तान दो ਵੱਖਰੀਆਂ ਵੱਖਰੀਆਂ ਗੱਲਾਂ ਨੇ। क्योंकि ਅਸੀਂ ਜਦੋਂ ਖਾਲਿਸਤਾਨ ਦਾ ਮੁੱਦਾ ਲੈ ਕੇ ਆਨੇ ਆ ਕਿ ਅਸੀਂ ਕਦੀ ਖਾਲਿਸਤਾਨ ਨੂੰ ਪ੍ਰੋਪਰ ਤਰੀਕੇ ਨਾਲ ਡਿਫਾਈਨ ਕੀਤਾ ਕਿ ਭਈ ਆਹ ਹੈ ਖਾਲਿਸਤਾਨ। ਇਹਦੀ ਨਜ਼ਰ 'ਚ ਕੀ ਲੱਗਦਾ ਤੁਹਾਨੂੰ? ਮੇਰੀ ਨਜ਼ਰ 'ਚ ਇਹੀ ਲੱਗਦਾ ਕਿ ਇਹ ਚੀਜ਼ਾਂ ਇੰਨੀਆਂ ਕੁ ਧੁੰਦਲਾ ਦਿੱਤੀਆਂ ਗਈਆਂ ਕਿ ਚੀਜ਼ ਕੋਈ ਵੀ ਸਪਸ਼ਟ ਹੀ ਨਹੀਂ ਹੋਣ ਦਿੱਤੀ ਜਾ ਰਹੀ। ਜਿਹੜਾ ਪੰਜਾਬ ਦਾ ਸਿੱਖ ਵਰਗ ਹੈ, ਉਹ ਚਾਹੇ ਬਾਹਰ ਬੈਠਾ ਚਾਹੇ ਇੱਥੇ ਵਰਗ ਬੈਠਾ, ਉਹਨੂੰ ਇਹ ਲੱਗਦਾ ਰਹਿੰਦਾ ਕਿ ਖਾਲਿਸਤਾਨ ਇੱਕ ਅਲਟੀਮੇਟ ਗੋਲ ਹੈ। ਜਦੋਂ ਖਾਲਿਸਤਾਨ ਬਣ ਜਾਣਾ ਤੇ ਮੈਨੂੰ ਸਾਡੀ ਐਜੂਕੇਸ਼ਨ ਵੀ ਸੁਧਰ ਜਾਣੀ ਆ, ਸਾਡੇ ਹਸਪੀਟਲ ਵੀ ਸੁਧਰ ਜਾਣੇ, ਸਾਡਾ ਸਿਹਤ ਸਿਸਟਮ ਵੀ ਸੁਧਰ ਜਾਣਾ, ਸਾਡੇ ਬੱਚਿਆਂ ਨੂੰ ਰੁਜ਼ਗਾਰ ਵੀ ਮਿਲ ਜਾਣਾ, ਐਦਾਂ ਮਤਲਬ ਇੱਕ ਮਿਰੇਕਲ ਹੋ ਜਾਣਾ, ਇੱਕ ਚਮਤਕਾਰ ਹੋ ਜਾਣਾ। ਬਟ ਕਿੱਥੇ ਹੈ ਉਹ ਪਲਾਨ? ਕਿੱਥੇ ਹੈ ਉਹ ਪੇਪਰ? ਕਿੱਥੇ ਨੇ ਉਹ ਜਿਨ੍ਹਾਂ ਦੇ ਉੱਤੇ ਇਹ ਪਲਾਨ ਕੋ ਰੋਡ ਮੈਪ ਕਿੱਥੇ ਹੈ? ਉਹ ਦਿਖਾਉਣਾ ਚਾਹੀਦਾ ਨਾ ਪੰਜਾਬ ਦੇ ਲੋਕਾਂ ਨੂੰ ਕਿ ਆਹ ਰੋਡ ਮੈਪ ਹੈ ਕਿ ਜਦੋਂ ਖਾਲਿਸਤਾਨ ਬਣ ਜਾਏਗਾ ਤਾਂ ਇਸ ਰੋਡ ਮੈਪ ਰਾਹੀਂ ਅਸੀਂ ਐਜੂਕੇਸ਼ਨ ਨੂੰ ਠੀਕ ਕਰ ਲਾਂਗੇ, ਅਸੀਂ ਹੈਲਥ ਸਿਸਟਮ ਨੂੰ ਠੀਕ ਕਰ ਲਾਂਗੇ, ਅਸੀਂ ਰੁਜ਼ਗਾਰ ਦੇ ਵਸੀਲੇ ਪੈਦਾ ਕਰ ਲਾਂਗੇ, ਅਸੀਂ ਫਸਲਾਂ ਤੇ ਨਸਲਾਂ ਨੂੰ ਐਦਾਂ ਤਰੀਕੇ ਨਾਲ ਬਚਾਵਾਂਗੇ। ਕੁਛ ਚੀਜ਼ ਹੋਣੀ ਚਾਹੀਦੀ ਨਾ। ਐਦਾਂ ਤਾਂ ਹੈ ਨਹੀਂ ਕਿ ਵਰਲਡ ਦੇ ਵਿੱਚ ਇਹ ਪਹਿਲੀ ਵਾਰੀ ਹੋ ਰਿਹਾ ਕਿ ਕੋਈ ਅਲੱਗ ਆਪਣਾ ਸਥਾਨ ਮੰਗ ਰਿਹਾ। ਲੋਕੀ ਮੰਗਦੇ ਆਏ ਨੇ, ਲੋਕਾਂ ਨੂੰ ਕਈਆਂ ਨੂੰ ਹਾਸਲ ਵੀ ਹੋਏ ਨੇ, ਲੇਕਿਨ ਉਹ ਕਿਹੜੀ ਕਮਿਊਨਿਟੀ ਹੈ, ਉਹ ਕਿਹੜਾ ਖਿੱਤਾ ਹੈ, ਉਹ ਕਿਹੜਾ ਰੀਜਨ ਹੈ, ਉਸ ਰੀਜਨ ਦੀ ਸਟੱਡੀ ਤਾਂ ਕਰ ਲਓ ਨਾ, ਉਸ ਰੀਜਨ ਦਾ ਕੈਰੈਕਟਰ ਤਾਂ ਸਮਝਣ ਦੀ ਕੋਸ਼ਿਸ਼ ਕਰੋ ਨਾ ਤੁਸੀਂ। ਫਿਰ ਮੈਂ ਬਾਹਰ ਵੀ ਗਿਆ, ਵਿਦੇਸ਼ਾਂ 'ਚ ਗਿਆ, ਬਹੁਤ ਸਾਰੇ ਸਾਡੇ ਦੋਸਤ ਬਾਹਰ ਬੈਠੇ ਨੇ। ਮੈਨੂੰ ਕਈ ਵਾਰੀ ਉਹਨਾਂ ਤੋਂ ਬਹੁਤ ਗੁੱਸਾ ਵੀ ਆਉਂਦਾ ਹੁੰਦਾ ਔਰ ਬਹੁਤ ਕਈ ਵਾਰੀ ਤਰਸ ਵੀ ਆਉਂਦਾ ਹੁੰਦਾ ਕਿ ਤੁਸੀਂ ਜਾਂ ਤਾਂ ਬਹੁਤ ਭੋਲੇ ਹੋ ਜਾਂ ਤੁਸੀਂ ਬਹੁਤ ਚਲਾਕ ਹੋ। ਤੁਸੀਂ ਰੁਜ਼ਗਾਰ ਲਈ ਬਾਹਰ ਆਏ, ਤੁਸੀਂ ਬਾਹਰ ਇਸ ਕਰਕੇ ਨਹੀਂ ਸੀ ਗਏ ਕਿ ਇੱਥੇ ਸਿੱਖ ਧਰਮ ਨੂੰ ਕੋਈ ਖਤਰਾ ਹੈ। ਤੁਸੀਂ ਗਏ ਸੀ ਰੁਜ਼ਗਾਰ ਲਈ, ਤੁਹਾਡੇ ਕੋਲ ਇੱਥੇ ਰੁਜ਼ਗਾਰ ਨਹੀਂ ਸੀ, ਤੁਸੀਂ ਰੁਜ਼ਗਾਰ ਦੇ ਵਸੀਲੇ ਲੱਭਣ ਗਏ ਸੀ, ਤੁਸੀਂ ਉੱਥੇ ਰੁਜ਼ਗਾਰ ਦੇ ਵਸੀਲੇ ਲੱਭ ਲਏ, ਤੁਸੀਂ ਵੈਲ ਸੈਟਲਡ ਹੋ ਗਏ, ਤੁਸੀਂ ਘਰ ਵੀ ਉੱਥੇ 1-1 2-2 4-4 10-10 ਵੀ ਬਣਾ ਲਏ, ਕਿਸੇ ਨੇ ਹੋਟਲ ਖੋਲ੍ਹ ਲਿਆ, ਕਿਸੇ ਨੇ ਰੈਸਟੋਰੈਂਟ ਖੋਲ੍ਹ ਲਿਆ, ਕਿਸੇ ਨੇ ਕੋਈ ਹੋਰ ਬਿਜ਼ਨਸ ਖੋਲ੍ਹ ਲਿਆ, ਸਾਰਾ ਕੁਝ ਤੁਸੀਂ ਸੈਟਲਡ ਹੋ, ਬੱਚੇ ਤੁਹਾਡੇ ਉੱਥੇ ਸੈਟਲਡ ਨੇ, ਤੁਹਾਡੀ ਤੀਜੀ ਜਨਰੇਸ਼ਨ ਇੱਥੇ ਆਉਣਾ ਨਹੀਂ ਚਾਹੁੰਦੀ। ਫਿਰ ਤੁਸੀਂ ਜਦੋਂ ਖਾਲਿਸਤਾਨ ਦਾ ਮੁੱਦਾ ਉਠਾਉਂਦੇ ਹੋ, ਰੈਫਰੈਂਡਮ ਕਰਦੇ ਹੋ, ਤੁਹਾਡਾ ਮੋਟਿਵ ਕੀ ਹੈ? ਤੁਹਾਡਾ ਪਰਪਸ ਕੀ ਹੈ? ਕੀ ਤੁਸੀਂ ਕਲੀਅਰ ਕਰਦੇ ਹੋ? ਕੀ ਤੁਸੀਂ ਜਿਹੜੇ ਇੱਥੇ ਬੈਠੇ ਲੋਕੀ ਨੇ ਉਹਨਾਂ ਨੂੰ ਕੌਨਫੀਡੈਂਸ 'ਚ ਲੈਂਦੇ ਹੋ? ਕੀ ਤੁਸੀਂ ਇਹ ਡਿਮਾਂਡ ਕਰਦੇ ਹੋ ਕਿ ਭਾਈ ਮੈਂ ਲੰਡਨ ਦੇ ਵਿੱਚ ਰੈਫਰੈਂਡਮ ਕਰੂੰਗਾ, ਮੈਂ ਜਾਊਂਗਾ ਉੱਥੇ ਵੋਟ ਪਾਊਂਗਾ ਔਰ ਪਹਿਲਾਂ ਲੰਡਨ ਤੋਂ ਪਹਿਲਾਂ ਜਲੰਧਰ 'ਚ ਰੈਫਰੈਂਡਮ ਕਰਾਓ, ਮੈਂ USA ਵਿੱਚ ਰੈਫਰੈਂਡਮ ਵਿੱਚ ਜਾਊਂਗਾ ਪਰ ਪਹਿਲਾਂ ਅੰਮ੍ਰਿਤਸਰ ਤੇ ਤਰਨਤਾਰਨ ਵਿੱਚ ਰੈਫਰੈਂਡਮ ਕਰਾਓ, ਉਹਦੀ ਰਿਪੋਰਟ ਦੇ ਹਿਸਾਬ ਨਾਲ ਫਿਰ ਰੈਫਰੈਂਡਮ ਬਾਹਰ ਹੋਵੇ। ਉਲਟ ਕਿਉਂ ਆ ਬਈ? ਉਲਟ ਇੱਦਾਂ ਨਹੀਂ ਹੋਣਾ ਚਾਹੀਦਾ ਨਾ, ਉੱਤੋਂ ਹੋਵੇ। ਮੈਂ ਕਹਿੰਦਾ ਸਰ ਦੋਸਤ ਨੂੰ ਮਿਲਿਆ, ਇੱਕ ਦੋਸਤ ਨੂੰ ਮਿਲਿਆ, ਉਹ ਕਹਿੰਦਾ ਨਹੀਂ ਬਹੁਤ ਸਹੀ ਹੈ, ਇਹ ਹੋਣਾ ਚਾਹੀਦਾ ਪੰਜਾਬ ਦੇ ਵਿੱਚੋਂ ਸ਼ਰਾਬ ਸਿਗਰਟ ਇਹ ਨਸ਼ੇ ਖਤਮ ਹੋ ਜਾਣੇ ਚਾਹੀਦੇ ਟੋਟਲੀ, ਹੈ ਨਾ, ਇਹ ਬਕਵਾਸ ਗੱਲ ਹੈ, ਇਹਦੇ ਖਿਲਾਫ ਲੜਾਈ ਬਿਲਕੁਲ ਜੈਨੂਇਨ ਲੜਾਈ ਹੈ। ਅਤੇ ਮੈਨੂੰ ਹਾਸਾ ਆਇਆ ਕਿਉਂਕਿ ਇੱਕ ਸ਼ਾਮ ਪਹਿਲਾਂ ਹੀ ਅਸੀਂ ਉੱਥੇ ਇਕੱਠੇ ਬੈਠੇ ਸੀ ਅਤੇ ਉਹਦਾ ਉਹ ਹੈ ਜਿਵੇਂ ਇੱਥੇ ਮੈਰਿਜ ਪੈਲਸ ਹੁੰਦੇ ਇੱਦਾਂ ਦਾ ਹੈਗਾ ਕੁਛ, ਜਿੱਥੇ ਪਾਰਟੀਆਂ ਹੁੰਦੀਆਂ, ਜਿੱਥੇ ਡਰਿੰਕ ਵੀ ਸਰਵ ਹੁੰਦੀ ਹੈ, ਜਿੱਥੇ ਸਮੋਕ ਵੀ ਸਰਵ ਹੁੰਦੀ ਹੈ, ਜਿੱਥੇ ਹੁੱਕਾ ਵੀ ਪਿਆ ਇੱਕ ਸਾਈਡ ਦੇ ਉੱਤੇ, ਜਿੱਥੇ ਚਿਕਨ ਮਟਨ ਦੁਨੀਆ ਭਰ ਦੇ ਫਿਸ਼ ਵਗੈਰਾ ਸਾਰਾ ਕੁਛ ਚੱਲਦਾ। ਮੈਨੂੰ ਕਿ ਇੱਕ ਹੀ ਹਿਪੋਕ੍ਰੇਸੀ ਯਾਰ, ਹੈ ਨਾ ਵੀ, ਹੈ ਨਾ। ਉਹਦਾ ਜਵਾਬ ਸੀ ਨਹੀਂ ਇਹ ਮੇਰਾ ਬਿਜ਼ਨਸ ਹੈ। ਮੈਂ ਕਿਹਾ ਵੀ ਤੇਰਾ ਇਕੱਲੇ ਦਾ ਬਿਜ਼ਨਸ ਨਹੀਂ ਹੈ, ਫਿਰ ਬਿਜ਼ਨਸ ਹੋਰ ਲੋਕਾਂ ਦਾ ਵੀ ਹੈਗਾ, ਕਿਸੇ ਇੱਕ ਪਾਸੇ ਤਾਂ ਹੋ ਜਾਓ ਨਾ। ਇਹ ਨਾ ਕਹੋ ਕਿ ਮੇਰਾ ਤਾਂ ਬਿਜ਼ਨਸ ਹੈ, ਮੇਰੇ ਤਾਂ ਬੱਚਿਆਂ ਲਈ ਮੈਨੂੰ ਤਾਂ ਰੁਜ਼ਗਾਰ ਕਮਾਉਣਾ ਪੈਂਦਾ, ਇਸ ਕਰਕੇ ਮੈਨੂੰ ਦੁਕਾਨ ਦੇ ਉੱਤੇ ਸਿਗਰਟ ਵੀ ਚੱਕ ਕੇ ਦੇਣੀ ਪੈਂਦੀ ਭਾਵੇਂ ਮੈਂ ਨਹੀਂ ਚਾਹੁੰਦਾ। ਦੂਜੇ ਪਾਸੇ ਆਪਾਂ ਕਹਿੰਦੇ ਕਿ ਟੋਟਲੀ ਚੀਜ਼ਾਂ ਬੰਦ ਹੋ ਜਾਣੀਆਂ ਚਾਹੀਦੀਆਂ। ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਅਸਲ ਮੁੱਦਿਆਂ ਤੋਂ ਭਟਕ ਜਾਂਦੇ ਹਾਂ। ਇੱਕ ਡਾਕਟਰ ਸਾਹਿਬ ਇੱਕ ਹੋਰ ਗੱਲ ਆਉਂਦੀ ਆ ਕਿ ਖਾਲਿਸਤਾਨ ਬਿਨਾਂ ਸਿੱਖੀ ਅਧੂਰੀ ਆ, ਕੀ ਲੱਗਦਾ? ਦੇਖੋ, ਖਾਲਿਸਤਾਨ ਦਾ ਮੁੱਦਾ ਕੋਈ ਨਵਾਂ ਮੁੱਦਾ ਨਹੀਂ ਹੈ। ਜਦੋਂ ਸੰਤ ਭਿੰਡਰਾਂ ਸੀ ਉਦੋਂ ਵੀ ਖਾਲਿਸਤਾਨ ਦਾ ਮੁੱਦਾ ਉੱਠਿਆ ਸੀ। ਹਾਲਾਂਕਿ ਇਹ ਅੱਜ ਤੱਕ ਕਨਫਿਊਜ਼ਨ ਹੈ ਕਿ ਉਹ ਖਾਲਿਸਤਾਨ ਨਹੀਂ ਸੀ ਮੰਗ ਰਹੇ, ਮਤਲਬ ਬਹੁਤ ਸਾਰੀਆਂ ਤਰ੍ਹਾਂ ਕਹਿੰਦੀ ਕਿ ਨਹੀਂ ਉਹ ਖਾਲਿਸਤਾਨ ਨਹੀਂ ਸੀ ਮੰਗਦੇ, ਹੈ ਨਾ। ਅਤੇ ਦੀਪ ਸਿੱਧੂ ਦੇ ਸਿਲਸਿਲੇ ਵਿੱਚ ਵੀ ਬਹੁਤ ਸਾਰੀਆਂ ਸਟੇਟਮੈਂਟਸ ਆਈਆਂ ਕਿ ਉਹ ਕਹਿੰਦਾ ਸੀ ਨਹੀਂ ਮੈਂ ਖਾਲਿਸਤਾਨ ਨਹੀਂ ਮੰਗ ਰਿਹਾ, ਕਿ ਮੈਂ ਕਹਿੰਦਾ ਕਿ ਜਦੋਂ ਖਾਲਿਸਤਾਨ ਦੀ ਅਸੀਂ ਗੱਲ ਕਰਦੇ ਹਾਂ ਅਸੀਂ ਹਿੰਦੂ ਅਤੇ ਮੁਸਲਿਮ ਨੂੰ ਆਪਣੇ ਅਗੇਂਸਟ ਕਰ ਲੈਂਦੇ ਹਾਂ, ਪਰ ਇਹ ਚੀਜ਼ਾਂ ਮਤਲਬ ਕਲੀਅਰ ਨਹੀਂ ਹੈ। ਲੇਕਿਨ ਜਦੋਂ ਖਾਲਿਸਤਾਨ ਦੀ ਗੱਲ ਚੱਲਦੀ ਹੈ, ਜਦੋਂ ਕਹਿੰਦੇ ਵੀ ਖਾਲਿਸਤਾਨ ਹੀ ਸਿੱਖੀ ਸਾਰਾ ਕੁਛ ਹੈਗੀ ਹੈ, ਤਾਂ ਜਦੋਂ ਅਸੀਂ ਕਿਸੇ ਨੂੰ ਪਰਖਦੇ ਹਾਂ ਨਾ, ਕਿਸੇ ਨੂੰ ਜਾਂਚਦੇ ਹਾਂ, ਜਦੋਂ ਅਸੀਂ ਕਹਿੰਦੇ ਕਿਸੇ ਨੂੰ ਅਸੀਂ ਫੋਲੋ ਕਰਨਾ, ਲੋਕੀ ਕਿੱਦਾਂ ਫੋਲੋ ਕਰਦੇ ਆ? ਲੋਕੀ ਤੁਹਾਡਾ ਰਿਪੋਰਟ ਕਾਰਡ ਦੇਖਦੇ ਆ, ਲੋਕੀ ਰਿਪੋਰਟ ਕਾਰਡ ਚੈੱਕ ਕਰਦੇ। ਤੁਸੀਂ ਕਿਸੇ ਹੋਟਲ 'ਚ ਕਮਰਾ ਵੀ ਬੁੱਕ ਕਰਦੇ ਹੋ ਨਾ, ਤੁਸੀਂ ਪਹਿਲਾਂ ਉਹਦੇ ਦੇਖਦੇ ਹੋ ਉਹਦੀ ਗ੍ਰੇਡਿੰਗ ਕੀ ਹੈ ਅਤੇ ਉਹ ਲੋਕਾਂ ਨੇ ਰਿਵਿਊ ਕਿੱਦਾਂ ਦਿੱਤੇ ਹੋਏ ਆ। ਹੁਣ ਦੇਖੋ 10 ਸਾਲ ਪੰਜਾਬ ਦੇ ਵਿੱਚ ਖਾਲਿਸਤਾਨ ਦੇ ਨਾਮ 'ਤੇ ਲੜਾਈ ਹੋਈ ਅਤੇ ਦਿੱਲੀ ਅਸੀਂ ਸਾਲ ਪਹਿਲਾਂ 1 ਸਾਲ ਦਾ ਮੋਰਚਾ ਲੜਿਆ। ਹੁਣ ਦੋਨਾਂ ਦੇ ਰਿਪੋਰਟ ਕਾਰਡ ਚੈੱਕ ਕਰੋ। ਦਿੱਲੀ ਜਿਹੜਾ ਮੋਰਚਾ ਹੋਇਆ ਉਹਦਾ ਰਿਪੋਰਟ ਕਾਰਡ ਇਹ ਹੈ ਕਿ 1 ਸਾਲ ਅਸੀਂ ਉੱਥੇ ਸੰਘਰਸ਼ ਕੀਤਾ, ਉੱਥੇ ਪੰਜਾਬ ਗਿਆ, ਫਿਰ ਪੰਜਾਬ ਦੇ ਨਾਲ ਹਰਿਆਣਾ ਜੁੜ ਗਿਆ,
ਫਿਰ ਹਿਮਾਚਲ ਜੁੜ ਗਿਆ, ਫਿਰ ਉੱਤਰਾਖੰਡ ਜੁੜ ਗਿਆ, ਫਿਰ ਸਾਊਥ ਦੀਆਂ ਸਟੇਟਾਂ ਵੀ ਜੁੜ ਗਈਆਂ। ਸੋ ਪੰਜਾਬ ਤੋਂ ਸ਼ੁਰੂ ਹੋ ਕੇ ਉਹ ਵੱਡਾ ਫੈਲ ਗਿਆ, ਸੰਕੀਰਣ ਨਹੀਂ ਹੋਇਆ, ਨੈਰੋ ਨਹੀਂ ਹੋਇਆ, ਫੈਲਿਆ। ਫਿਰ ਫੈਲਦੇ ਸੰਘਰਸ਼ ਦੇ ਵਿੱਚ ਉਸ ਰਿਪੋਰਟ ਕਾਰਡ ਦੇ ਐਂਡ ਦੇ ਉੱਤੇ ਸੁਨਹਿਰੀ ਅੱਖਰਾਂ 'ਚ ਲਿਖਿਆ ਹੋਇਆ ਕਿ ਉਹ ਮੋਰਚਾ ਜਿੱਤ ਪ੍ਰਾਪਤ ਕਰ ਗਿਆ ਹੈ, 3 ਕਾਲੇ ਕਾਨੂੰਨ ਰੱਦ ਕਰਿਆ। ਇਹ ਰਿਪੋਰਟ ਕਾਰਡ ਹੈ ਜਿਹੜੀ ਆਉਣ ਤੋਂ 50 ਸਾਲ ਬਾਅਦ ਵੀ ਜਦੋਂ ਬੱਚੇ ਪੜ੍ਹਨਗੇ ਕਿ ਵੀ ਜਿਹੜਾ ਦਿੱਲੀ 'ਚ ਮੋਰਚਾ ਲੱਗਿਆ ਸੀ ਉਹਦੀ ਰਿਪੋਰਟ ਕਾਰਡ ਹੈ, ਤੇ ਉਹਦੀ ਐਂਡ ਦੇ ਵਿੱਚ ਆਹ ਲਾਈਨ ਆ ਰਹੀ ਹੈ, ਡਾਇਗਨੋਸਿਸ ਐਂਡ ਦੇ ਵਿੱਚ ਜਿਵੇਂ ਡਾਕਟਰ ਦਿੰਦੇ ਹਨ। ਹੁਣ ਜਿਹੜਾ 10 ਸਾਲ ਪੰਜਾਬ ਨੇ ਜਿਹੜਾ ਉਹ ਕੀਤਾ ਹੈ ਨਾ, ਖਾਲਿਸਤਾਨ ਦੇ ਨਾਮ ਤੇ ਬਹੁਤ ਕੁਝ ਹੋਇਆ, ਉਹਦੀ ਰਿਪੋਰਟ ਕਾਰਡ ਕੀ ਹੈ? ਉਹਦੀ ਰਿਪੋਰਟ ਕਾਰਡ ਇਹ ਹੈ ਕਿ ਅਸੀਂ ਹਜ਼ਾਰਾਂ ਨੌਜਵਾਨ ਆਪਣਾ ਮਰਵਾ ਲਿਆ, ਸਾਡਾ ਹਜ਼ਾਰਾਂ ਨੌਜਵਾਨ ਸ਼ਹੀਦ ਹੋਇਆ, ਹਜ਼ਾਰਾਂ ਨੌਜਵਾਨ ਲਾਪਤਾ ਹੋਏ, ਘਰੋਂ ਖੇਤਾਂ ਨੂੰ ਗਏ, ਚੁੱਕ ਲਏ ਗਏ, ਮਾਵਾਂ ਨੂੰ ਪਤਾ ਵੀ ਨਹੀਂ ਲੱਗਾ ਵੀ ਸਾਡਾ ਪੁੱਤ ਜਿਉਂਦਾ ਜਾਂ ਮਰ ਗਿਆ, ਮਰਵਾਏ। ਸੈਂਕੜੇ ਹਜ਼ਾਰਾਂ ਪੁੱਤ ਸਾਡੇ ਕੋਈ ਕਿਤੇ ਲੰਘ ਗਿਆ, ਲੰਘਣਾ ਪਿਆ, ਉਹਨੂੰ ਛੱਡਣਾ ਪਿਆ, ਸਟੇਟ ਨੇ ਇੰਨੇ ਦਹਿਸ਼ਤ ਜ਼ਿਆਦਾ ਕਰ ਦਿੱਤਾ ਉਹਨੂੰ, ਉਹ ਭੱਜ ਗਏ। ਠੀਕ ਹੈ, ਕਿੰਨੇ ਮਰੇ, ਕਿੰਨੇ ਘਰ ਉਜੜੇ, ਕਿੰਨੀਆਂ ਔਰਤਾਂ ਵਿਧਵਾ ਹੋਈਆਂ, ਕਿੰਨੇ ਘਰ ਬਰਬਾਦ ਹੋ ਗਏ, ਘਰ ਦੇ ਘਰ, ਸੋਹਣੀਆਂ ਹਵੇਲੀਆਂ ਬਰਬਾਦ ਹੋ ਗਈਆਂ, ਘਾਹ ਉੱਤੇ ਹੋ ਗਿਆ। ਇਹ ਸਾਰਾ ਕੁਝ ਹੋਇਆ। ਸਾਡੇ ਸਭ ਤੋਂ ਪਵਿੱਤਰ ਸਥਾਨ ਦਰਬਾਰ ਸਾਹਿਬ ਤੇ ਹਮਲਾ ਕਰਤਾ ਅਗਲਿਆਂ ਨੇ, ਸਾਡਾ ਅਕਾਲ ਤਖਤ ਢਾਹ ਦਿੱਤਾ ਉਹਨਾਂ ਨੇ। ਕਿੱਥੇ ਕਿੱਥੇ ਸਾਡੇ ਨਾਲ ਨਹੀਂ ਹੋਇਆ ਸਾਰਾ ਕੁਝ ਜ਼ੁਲਮ? ਇਹੀ ਰਿਪੋਰਟ ਕਾਰਡ ਹੈ ਨਾ। ਉਸ ਰਿਪੋਰਟ ਕਾਰਡ ਦੇ ਵਿੱਚ ਸਾਡੀ ਪ੍ਰਾਪਤੀ ਕੀ ਹੈ? ਜਦੋਂ ਮੇਰੇ ਬਹੁਤ ਸਾਰੇ ਦੋਸਤ ਨੇ ਜਿਨ੍ਹਾਂ ਦੀ ਉਹ ਮੇਰੀ ਰਿਸਪੈਕਟ ਕਰਦੇ, ਮੈਂ ਉਹਨਾਂ ਦੀ ਰਿਸਪੈਕਟ ਕਰਦਾ, ਸਾਡੀਆਂ ਡਿਸਕਸ਼ਨਸ ਹੁੰਦੀਆਂ ਹੈ ਨਾ, ਉਹ ਬਿਲਕੁਲ ਕੱਟੜ ਖਾਲਿਸਤਾਨ ਦੀ ਸਮਰਥਕ। ਮੈਂ ਉਹਨੂੰ ਕਹਿੰਦਾ ਯਾਰ ਰਿਪੋਰਟ ਕਾਰਡ ਦੱਸੋ ਨਾ, ਮੈਨੂੰ ਵੀ ਦੱਸੋ, ਮੈਨੂੰ ਸਮਝਾ ਦਿਓ ਨਾ, ਜਾਂ ਹੋਰ ਜਿਹੜੇ ਲੋਕੀ ਨਹੀਂ ਚਾਹੁੰਦੇ ਖਾਲਿਸਤਾਨ ਉਹਨਾਂ ਨੂੰ ਰਿਪੋਰਟ ਕਾਰਡ ਤਾਂ ਦਿਓ ਨਾ। ਫਿਰ ਉਹ ਕੀ ਕਹਿੰਦੇ, ਨਹੀਂ ਰਿਪੋਰਟ ਕਾਰਡ ਹੈਗਾ। ਕੀ ਰਿਪੋਰਟ ਕਾਰਡ ਹੈ? ਅਸੀਂ ਬਖਸ਼ਦੇ ਨਹੀਂ ਹੁੰਦੇ ਕਿਸੇ ਨੂੰ, ਅਸੀਂ ਬਦਲੇ ਲਏ, ਬਟ ਅਸੀਂ ਪ੍ਰਧਾਨ ਮੰਤਰੀ ਤੱਕ ਨੂੰ ਨਹੀਂ ਬਖਸ਼ਿਆ, ਅਸੀਂ ਇੰਦਰਾ ਗਾਂਧੀ ਨੂੰ ਮਾਰਤਾ, ਅਸੀਂ ਬਿਆਨ ਸਿੰਘ ਨੂੰ ਮਾਰਤਾ, ਅਸੀਂ ਜਨਰਲ ਵੈਦਿਆ ਨੂੰ ਮਾਰ ਦਿੱਤਾ, ਅਸੀਂ ਹੋਰ ਜਿੱਥੇ ਜਿਹਨੇ ਧੱਕਾ ਕੀਤਾ ਸੀ ਅਸੀਂ ਛੱਡਿਆ ਨਹੀਂ। ਇਹ ਸਾਡੀ ਅਚੀਵਮੈਂਟ ਹੈ। ਮੈਂ ਕਹਿੰਦਾ ਉਹ ਰਿਐਕਸ਼ਨ ਹੈ, ਉਹ ਐਕਸ਼ਨ ਨਹੀਂ ਹੈ। ਤੁਸੀਂ ਇਹ ਦੱਸੋ ਐਕਸ਼ਨ ਕੀ ਹੋਇਆ, ਅਚੀਵ ਕੀ ਕੀਤਾ, ਕਿਹੜੀ ਚੀਜ਼ ਅਚੀਵ ਕੀਤੀ? ਤਾਂ ਰਿਐਕਸ਼ਨਸ ਨੇ, ਇਹ ਤਾਂ ਪ੍ਰਤੀਕਰਮ ਨੇ ਕਿ ਉਹਨਾਂ ਨੇ ਦਰਬਾਰ ਸਾਹਿਬ ਢਾਇਆ, ਅਸੀਂ ਇੰਦਰਾ ਮਾਰਤੀ, ਉਹਨਾਂ ਨੇ ਸਾਡੇ ਮੁੰਡੇ ਮਾਰੇ, ਜਨਰਲ ਵੈਦਿਆ ਮਾਰਤਾ। ਇਹ ਤਾਂ ਖੇਡ ਹੋ ਗਈ ਨਾ ਬਦਲੇ ਦੀ, ਹੈ ਨਾ। ਹੁਣ ਵੀ ਇੱਦਾਂ ਹੀ ਹੈ, ਹੁਣ ਸਾਰਾ ਕੁਝ ਹੋਇਆ ਜੋ ਵੀ ਹੈ ਨਾ ਮਹੀਨੇ ਵਿੱਚ, ਉਹਦੀ ਰਿਪੋਰਟ ਕਾਰਡ ਕੀ ਹੈ? ਵਾਟ ਵੀ ਹੈਵ ਅਚੀਵਡ। ਸਾਨੂੰ ਇਹਨਾਂ ਸਵਾਲਾਂ ਦੇ ਵਿੱਚ ਬਿਨਾਂ ਮਤਲਬ ਤੋਂ ਐਵੇਂ ਵੰਡੀਆਂ ਪਾਉਣ ਤੋਂ, ਮਤਲਬ ਆਪਣੇ ਅੰਦਰ ਹੀ ਬੈਠ ਕੇ, ਜੇ ਪੰਜਾਬੀਆਂ ਨੂੰ ਨਹੀਂ ਲੈਣਾ ਤੁਸੀਂ ਵਿੱਚ ਸਿੱਖ ਹੀ ਬੈਠ ਕੇ ਸੋਚ ਲੈਣ, ਇਹ ਸਵਾਲ ਕਰ ਲੈਣ ਕਿ ਕੀ ਲੋੜ ਸੀ ਭਗਤ ਸਿੰਘ ਦੇ ਮਾਮਲੇ ਦੇ ਵਿੱਚ ਪੰਜਾਬ 'ਚ ਵੰਡੀ ਪਾਉਣ ਦੀ। ਮੈਂ ਕਹਿੰਦਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਬਹੁਤ ਕਰੀਬੀ ਰਹੇ ਨੇ ਭਾਈ ਮੋਹਕਮ ਸਿੰਘ, ਉਹਨਾਂ ਨੇ ਬਹੁਤ ਖੂਬਸੂਰਤ ਗੱਲ ਕੀਤੀ, ਉਹਨਾਂ ਦੀ ਮੈਂ ਇੰਟਰਵਿਊ ਸੁਣੀ। ਉਹ ਕਹਿੰਦੇ ਕਿ ਇਹ ਬੇਲੋੜਾ ਮਸਲਾ ਹੈ, ਭਗਤ ਸਿੰਘ ਸ਼ਹੀਦ ਕਿਉਂ ਨਹੀਂ ਹੈ? ਭਗਤ ਸਿੰਘ ਸ਼ਹੀਦ ਹੈਗਾ, ਉਹ ਦੇਸ਼ ਦੀ ਖਾਤਰ ਸ਼ਹੀਦ ਹੋਇਆ, ਉਹਨੇ ਫਾਂਸੀ ਦਾ ਰੱਸਾ ਚੁੰਮਿਆ, ਉਹਨੇ ਜਾਨ ਦੇ ਦਿੱਤੀ ਆਪਣੀ, ਤੇ ਉਹ ਸ਼ਹੀਦ ਹੋਇਆ। ਪਰ ਕਹਿੰਦੇ ਉਹ ਠੀਕ ਹੈ, ਉਹ ਸਿੱਖੀ ਦਾ ਸ਼ਹੀਦ ਨਹੀਂ ਹੈ, ਵੀ ਸਿੱਖਾਂ ਦਾ ਸ਼ਹੀਦ ਨਹੀਂ ਹੈ। ਸਿੱਖਾਂ ਦੇ ਸ਼ਹੀਦ ਭਾਈ ਤਾਰੂ ਸਿੰਘ, ਗੁਰੂ ਅਰਜਨ ਦੇਵ, ਇਹ ਨੇ। ਓਕੇ, ਇਹ ਗੱਲ ਜਾਇਜ਼ ਹੈ, ਇਹ ਗੱਲ ਸਾਨੂੰ ਸਮਝਣੀ ਪਊਗੀ, ਹੈ ਨਾ। ਤੇ ਭਗਤ ਸਿੰਘ ਜਾਂ ਭਗਤ ਸਿੰਘ ਨੂੰ ਮੰਨਣ ਵਾਲੇ ਤਾਂ ਕਦੇ ਕਲੇਮ ਵੀ ਨਹੀਂ ਕਰਦੇ ਨਾ ਵੀ ਤੁਸੀਂ ਉਹਨਾਂ ਨੂੰ ਸਿੱਖਾਂ ਦਾ ਸ਼ਹੀਦ ਮੰਨੋ, ਇਹ ਕਹਿੰਦੇ ਵੀ ਉਹ ਸ਼ਹੀਦ ਹੈ। ਸੋ ਮੈਨੂੰ ਲੱਗਾ ਉਹ ਭਾਈ ਮੋਹਕਮ ਸਿੰਘ ਵਰਗੀ ਜਿਹੜੀ ਸਿਆਣੀ ਗੱਲ, ਸਾਨੂੰ ਇਦਾਂ ਦੀਆਂ ਸਿਆਣੀਆਂ ਗੱਲਾਂ ਕਰਨੀਆਂ ਪਊਗੀਆਂ, ਬਿਨਾਂ ਮਤਲਬ ਦੀਆਂ ਕੰਟਰੋਵਰਸੀਜ਼ ਖੜੀ ਕਰਕੇ ਅਸੀਂ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਤੋੜ ਲੈਂਦੇ ਹਾਂ ਜਿਨ੍ਹਾਂ ਲੋਕਾਂ ਨੇ ਕੱਲ੍ਹ ਨੂੰ ਸਾਡੇ ਨਾਲ ਤੁਰਨਾ ਹੁੰਦਾ। ਕਿਉਂ ਤੁਰਨਾ ਹੁੰਦਾ? ਕਿਉਂਕਿ ਇਹ ਜਦੋਂ ਵੀ ਜਿੰਨੀਆਂ ਵੀ ਮੂਵਮੈਂਟਸ ਖੜੀਆਂ ਹੁੰਦੀਆਂ ਉਹਨਾਂ ਦੇ ਕਾਰਨ ਤਾਂ ਕਿਤੇ ਨਹੀਂ ਨਾ ਗਏ, ਕਾਰਨ ਤਾਂ ਪਏ ਨੇ। ਆਪਾਂ ਕਾਰਨਾਂ ਤੋਂ ਮੁਨਕਰ ਨਹੀਂ ਹੋ ਸਕਦੇ। ਆਪਾਂ ਨਹੀਂ ਕਹਿੰਦੇ ਯਾਰ ਫਲਾਣਾ ਬੰਦਾ ਕਿਉਂ ਲੜ ਰਿਹਾ, ਉਹ ਕਿਉਂ ਸਟੇਟ ਦੇ ਖਿਲਾਫ ਲੜ ਰਿਹਾ, ਉਹ ਕਿਉਂ ਲੋਕਾਂ ਨੂੰ ਕਹਿ ਲੜਨਾ ਚਾਹੀਦਾ। ਕਾਰਨ ਪਏ ਨੇ ਨਾ, ਬੇਰੁਜ਼ਗਾਰੀ ਪਈ ਹੈ ਨਾ, ਧੱਕਾ ਪਿਆ ਹੈ ਨਾ, ਜੋ ਪੰਜਾਬ ਦੇ ਨਾਲ ਪੰਜਾਬ ਦੇ ਧੀਆਂ ਪੁੱਤਾਂ ਨਾਲ ਧੱਕੇ ਤਾਂ ਪਏ ਨੇ ਨਾ ਸਾਰੇ ਹੀ, ਹੈ ਨਾ। ਪੰਜਾਬ ਇਸ ਵੇਲੇ ਐਡਾ ਖੁਸ਼ਹਾਲ ਸੂਬਾ ਹੋਣ ਦੇ ਬਾਵਜੂਦ, ਜਿਹਦੇ ਕੋਲ ਹੋਣਾ ਚਾਹੀਦਾ ਸੀ, ਅੱਜ ਉਜਾੜੇ ਦੇ ਰਾਹ ਪਿਆ ਹੋਇਆ, ਫਸਲਾਂ ਬਰਬਾਦ ਹੋ ਰਹੀਆਂ, ਲੋਕਾਂ ਦੇ ਬੱਚੇ ਬਰਬਾਦ ਹੋ ਰਹੇ ਆ, ਨਸ਼ਿਆਂ ਵਿੱਚ ਡੁੱਬ ਰਹੇ, ਕਿੰਨਾ ਕੁਛ ਹੋ ਰਿਹਾ। ਕਾਰਨ ਤਾਂ ਹੈਗੇ ਨੇ, ਪਰ ਜਦੋਂ ਕਾਰਨ ਹੈਗੇ ਨੇ ਤਾਂ ਫਿਰ ਕਿਉਂ ਨਹੀਂ ਸਿਰ ਜੋੜ ਕੇ ਇੱਕ ਇਹੋ ਜਿਹੀ ਲੜਾਈ ਕਿਉਂ ਨਹੀਂ ਲੜ ਲੈਂਦੇ ਅਸੀਂ, ਸਿਰ ਜੋੜ ਕੇ, ਜਿਹੜੀ ਪੰਜਾਬ ਦੀ ਲੜਾਈ ਹੋਵੇ, ਪੰਜਾਬੀਆਂ ਦੀ ਲੜਾਈ ਹੋਵੇ, ਤੇ ਉਹਦੇ 'ਚ ਪੰਜਾਬੀਅਤ ਗੁੰਨੀ ਹੋਈ ਪਵੇ। ਠੀਕ ਹੈ, ਪੰਜਾਬੀ 'ਚ ਸਿੱਖ ਪ੍ਰੋਡੋਮੀਨੈਂਟ ਹੈਗਾ, ਫੈਕਟਰ ਹੈਗਾ, ਹੈ ਨਾ, ਤੇ ਉਸ ਤੋਂ ਕੋਈ ਮੁਨਕਰ ਵੀ ਨਹੀਂ ਹੈ। ਮੈਂ ਤੇ ਪੰਜਾਬ 'ਚ ਪਤਾ ਨਹੀਂ ਕਿੰਨੇ ਪੰਡਤ ਦੇਖੇ ਨੇ, ਬਾਣੀਆਂ ਦੇਖੇ ਨੇ, ਅਰੋੜੇ ਦੇਖੇ ਨੇ, ਬਜਾਜ ਦੇਖੇ ਨੇ, ਉਹ ਜਾਂਦੇ ਨੇ ਗੁਰਦੁਆਰੇ, ਜਾਂਦੇ ਨੇ ਮੰਦਿਰ ਵੀ ਜਾਂਦੇ ਨੇ, ਕਈ ਜਾਂਦੇ ਨੇ ਦਰਬਾਰ ਸਾਹਿਬ ਵੀ ਜਾਂਦੇ ਨੇ, ਹਰ ਜਗ੍ਹਾ ਜਾਂਦੇ ਨੇ। ਕਦੇ ਨਹੀਂ ਮੈਂ ਉਹਨਾਂ ਦੇ ਮੂੰਹੋਂ ਸੁਣਿਆ ਵੀ ਸਿੱਖੀ ਇਸ ਤਰ੍ਹਾਂ। ਤੁਸੀਂ ਇੱਕ ਚੰਦ ਜਿਹੜੇ ਥੋੜ੍ਹੇ ਜਿਹੇ ਲੋਕ ਹੁੰਦੇ ਆ ਵੀ RSS ਦੇ ਹੋ ਗਏ ਜਾਂ ਬਜਰੰਗ ਦਲ ਦੇ ਹੋ ਗਏ, ਸੂਰੀ ਵਰਗੇ ਹੋ ਗਏ ਜਾਂ ਹੋਰ ਹੋ ਗਏ, ਜਿਹੜੇ ਕੁੱਤਿਆਂ ਦੀ ਤਰ੍ਹਾਂ ਬਕਵਾਸ ਕਰਦੇ ਨੇ, ਤੁਸੀਂ ਉਹਨਾਂ ਕਰਕੇ ਇੱਕ ਪੂਰੀ ਕਮਿਊਨਿਟੀ ਨੂੰ ਤੁਸੀਂ ਕਿੱਦਾਂ ਅਟੈਕ ਕਰ ਸਕਦੇ ਹੋ? ਤੁਸੀਂ ਸੇਮ ਇਜ਼ ਫॉर ਅਸ ਵੀ ਸਿੱਖਾਂ ਦੇ ਵਿੱਚੋਂ ਜੇ ਕੋਈ 2% ਜਾਂ ਕੋਈ ਗਲਤ, ਜਿਵੇਂ ਅੱਜ
ਕਿਸੇ ਨੇ ਜਾ ਕੇ ਉੱਥੇ ਝੰਡਾ ਸਾੜ ਦਿੱਤਾ, ਕਿਸੇ ਨੇ ਝੰਡਾ ਪੱਟ ਦਿੱਤਾ, ਜਾਂ ਕੋਈ ਕਿਸੇ ਕੋਈ ਗਾਲਾਂ ਕੱਢਦੇ ਆ, ਜਾਂ ਕੋਈ ਮੁੰਡਾ ਮੈਂ ਅੱਜ ਸਵੇਰੇ ਮੈਨੂੰ ਕਿਸੇ ਨੇ ਦਿਖਾਇਆ ਕਿ ਉਹ ਗਾਲਾਂ ਕੱਢ ਰਿਹਾ, ਕਹਿੰਦਾ ਬਾਹਮਣੀ ਬਾਹਮਣੀ ਕਰਕੇ ਇਦਾਂ ਕੁਝ ਲਫ਼ਜ਼ ਬੋਲ ਰਿਹਾ। ਤੇ ਉਹਦੇ ਕਰਕੇ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਸਿੱਖ ਇਦਾਂ ਦੀ ਹੈ, ਨਹੀਂ, ਇਦਾਂ ਨਹੀਂ ਹੋ ਸਕਦਾ ਯਾਰ। ਅਸੀਂ ਕਮਿਊਨਿਟੀ ਨੂੰ ਬਦਨਾਮ ਨਹੀਂ ਕਰ ਸਕਦੇ, ਕਿਸੇ ਵੀ ਕਮਿਊਨਿਟੀ ਨੂੰ ਨਹੀਂ ਬਦਨਾਮ ਕਰ ਸਕਦੇ ਅਸੀਂ, ਨਾ ਈਸਾਈਆਂ ਨੂੰ, ਨਾ ਸਿੱਖਾਂ ਨੂੰ, ਨਾ ਹਿੰਦੂਆਂ ਨੂੰ, ਨਾ ਮੁਸਲਮਾਨ ਨੂੰ, ਕਿਸੇ ਨੂੰ ਵੀ। ਕਮਿਊਨਿਟੀ ਇਦਾਂ ਨਹੀਂ ਹੁੰਦੀ। ਕਮਿਊਨਿਟੀ ਦੇ ਵਿੱਚ ਕੁਝ ਜਿਹੜੀ ਬਹੁਤ ਨਿੱਕੀ ਜਿਹੀ ਪਰਸੈਂਟੇਜ ਹੁੰਦੀ ਹੈ ਉਹ ਵੋਲੇਟਾਈਲ ਹੁੰਦੀ ਹੈ, ਉਹ ਨਾ ਵੋਕਲ ਰਹਿੰਦੀ ਹਮੇਸ਼ਾ ਹੀ। ਲੇਕਿਨ ਜਿਹੜੇ ਆਮ ਬੰਦੇ ਹੁੰਦੇ ਉਹ ਵੋਕਲ ਨਹੀਂ ਹੁੰਦੇ। ਇਸੇ ਕਰਕੇ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਪੰਜਾਬ ਇਸ ਵੇਲੇ ਜਿਹੜੀ ਚੁੱਪ ਦਿਖਾ ਰਿਹਾ ਨਾ, ਜਿਹੜਾ ਚੁੱਪ ਦਾ ਐਲਾਨਨਾਮਾ ਕਰ ਰਿਹਾ, ਉਹ ਡਰਪੋਕ ਜਾਂ ਗੀਦੀਪਣੇ ਚੋਂ ਨਹੀਂ ਨਿਕਲਿਆ ਹੋਇਆ, ਉਹ ਅਸਹਿਮਤੀ ਚੋਂ ਨਿਕਲਿਆ ਹੋਇਆ ਕਿ ਅਸੀਂ ਅਸਹਿਮਤ ਹਾਂ ਭਾਈ, ਵੀ ਅੱਜ ਜੋ ਸ਼ੁਰੂ ਕੀਤਾ ਸੀ ਅਸੀਂ ਉਹਦੇ ਨਾਲ ਵੀ ਅਸਹਿਮਤ ਹਾਂ, ਉਹਨੂੰ ਜਿੱਦਾਂ ਨਿਪਟਾਇਆ ਜਾ ਰਿਹਾ ਅਸੀਂ ਉਹਦੇ ਨਾਲ ਵੀ ਅਸਹਿਮਤ ਹਾਂ। ਜਦੋਂ ਡਾਕਟਰ ਸਾਹਿਬ ਸਿੰਘ ਸਿੱਖੀ ਬਾਰੇ ਗੱਲ ਕਰਦਾ, ਪੰਜਾਬ ਬਾਰੇ ਗੱਲ ਕਰਦਾ, ਤਾਂ ਡਾਕਟਰ ਸਾਹਿਬ ਸਿੰਘ ਨੂੰ ਇਹ ਵੀ ਕਿਹਾ ਜਾ ਸਕਦਾ ਤੂੰ ਤਾਂ ਘੋਣ ਮੋਣ ਆ, ਤੇਰੇ ਦਾੜੀ ਨਹੀਂ, ਤੇਰੇ ਕੇਸ ਨਹੀਂ, ਤੂੰ ਸਿੱਖੀ ਬਾਰੇ ਗੱਲ ਕਰਨ ਵਾਲਾ ਕੌਣ ਹੁੰਨਾ? ਇਹ ਗੱਲ ਆ ਜਾਂਦੀ ਹੈ। ਇਹ ਬਹੁਤ ਬਦਕਿਸਮਤੀ ਵਾਲੀਆਂ ਗੱਲਾਂ ਨੇ, ਬਹੁਤ ਮਾੜੀਆਂ ਗੱਲਾਂ ਨੇ, ਹੈ ਨਾ। ਕਿ ਜਿਹੜੀ ਗੁਰੂ ਗੋਬਿੰਦ ਸਿੰਘ ਦੀ ਫੌਜ ਸੀ, ਜਾਂ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਫੋਲੋ ਕਰਦੇ 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 ਗਿਣਤੀ ਵੱਧਦੀ ਗਈ, ਜਾਂ ਬੰਦਾ ਸਿੰਘ ਬਹਾਦਰ ਨੇ ਜਿਹੜੀ ਫੌਜ ਬਣਾਈ, ਉਸ ਫੌਜ ਵਿੱਚ ਸਾਰੇ ਸਿੱਖ ਨਹੀਂ ਸੀ, ਉਸ ਵਿੱਚ ਮੁਸਲਮਾਨ ਵੀ ਸੀ, ਹਿੰਦੂ ਵੀ ਸੀ। ਗੁਰੂ ਗੋਬਿੰਦ ਸਿੰਘ ਨੇ ਜਿਹੜੇ 52 ਕਵੀ ਆਪਣੇ ਦਰਬਾਰ 'ਚ ਰੱਖੇ ਹੋਏ ਸੀ, ਉਹਦੇ ਵਿੱਚ ਸਾਰੇ ਕਵੀ ਸਿੱਖ ਨਹੀਂ ਸੀ, ਬੈਪਟਾਈਜ਼ਡ ਨਹੀਂ ਸੀਗੇ, ਅੰਮ੍ਰਿਤਧਾਰੀ ਨਹੀਂ ਸੀਗੇ, ਸਾਰੇ ਸੀਗੇ। ਇਹ ਜਦੋਂ ਅਸੀਂ ਇਸ ਤਰ੍ਹਾਂ ਦੀ ਵੰਡੀ ਪਾ ਲੈਂਦੇ ਨਾ, ਕਿਸੇ ਨੂੰ ਅਸੀਂ ਕਹਿੰਦੇ ਤੂੰ ਤਾਂ ਘੋਣ ਮੋਨ ਹੈ, ਤੂੰ ਤਾਂ ਸਿਰੋਂ ਗੰਜਾ ਹੈ ਜਾਂ ਕੁਛ ਹੈ, ਇਹਦਾ ਮਤਲਬ ਅਸੀਂ ਜੋੜਨਾ ਨਹੀਂ ਚਾਹੁੰਦੇ, ਇਹਦਾ ਮਤਲਬ ਅਸੀਂ ਤੋੜਨਾ ਚਾਹੁੰਦੇ ਹਾਂ। ਜੇ ਅਸੀਂ ਇਹੋ ਜਿਹੀ ਕੋਈ ਗੱਲਬਾਤ ਸ਼ੁਰੂ ਕਰ ਲਈਏ, ਕੋਈ ਇਹੋ ਜਿਹੀ ਧਾਰਨ ਬਣਾਈਏ, ਬੰਦੇ ਨੂੰ ਇੰਨਾ ਕੁ ਕਨਵਿੰਸ ਕਰ ਦਈਏ, ਇੰਨਾ ਕੁ ਸਮਝਾ ਦਈਏ ਕਿ ਹੋ ਸਕਦਾ ਕੱਲ੍ਹ ਨੂੰ ਸੱਚੀ ਉਸ ਸਰੂਪ 'ਚ ਆ ਜੇ। ਇੰਨਾ ਜ਼ਿਆਦਾ ਕਨਵਿੰਸ, ਜਦ ਤੱਕ ਉਹ ਨਹੀਂ ਕਨਵਿੰਸ ਹੁੰਦਾ ਉਹ ਨਹੀਂ ਆਊਗਾ ਨਾ, ਹੈ ਨਾ, ਉਹ ਨਹੀਂ ਆਊਗਾ। ਪਰ ਆਪਾਂ ਕਰਦੇ ਕਿੱਦਾਂ ਹੈ? ਇਹ ਕਰਦੇ ਉਦੋਂ ਹੈ ਜਦੋਂ ਅਸੀਂ ਆਪਣੇ ਹਿਸਾਬ ਨਾਲ ਧਾਰਨਾਵਾਂ ਕੱਢਦੇ ਹਾਂ। ਇਕੱਲਾ ਮੈਂ ਇਹ ਨਹੀਂ ਕਰਿਆ ਵੀ ਜਿਹੜੇ ਸਿੱਖ ਫੈਨੈਟਿਕ ਮਾਈਂਡਸ ਨੇ ਉਹ ਇੱਦਾਂ ਕਰਦੇ, ਸਾਰੇ ਇੱਦਾਂ ਹੀ ਕਰਦੇ, ਸਾਰੀਆਂ ਤਰ੍ਹਾਂ ਇੱਦਾਂ ਹੀ ਹੋ ਗਈਆਂ ਕਿ ਜਿਹੜੀ ਟਿੱਪਣੀ ਕਿਸੇ ਦੀ ਸਟੇਟਮੈਂਟ ਤਾਂ ਤੁਹਾਡੇ ਮਾਫਕ ਬੈਠ ਰਹੀ ਹੈ, ਉੱਥੇ ਤੋਂ ਤੁਹਾਡੀਆਂ ਸਾਰੀਆਂ ਸ਼ਰਤਾਂ ਰਿਲੈਕਸ ਹੋ ਜਾਂਦੀਆਂ, ਹੈ ਨਾ। ਵੀ ਕੋਈ ਨਹੀਂ, ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ? ਤਾਂ ਕੀ ਹੋ ਗਿਆ ਜੇ ਉਹਨੇ ਸਿਰ ਤੇ ਬਾਲ ਨਹੀਂ ਰੱਖੇ ਹੋਏ? ਤਾਂ ਕੀ ਹੋਇਆ ਜੇ ਪੱਗ ਨਹੀਂ ਸੀ ਬੰਨ੍ਹਦਾ? ਫਿਰ ਕੀ ਹੋਇਆ ਜੇ ਉਹ ਦਾੜੀ ਕੱਟਦਾ ਸੀ? ਗੱਲ ਤਾਂ ਸਿੱਖ ਪੰਥ ਦੀ ਕਰਦਾ, ਉੱਥੇ ਤੁਸੀਂ ਬਿਲਕੁਲ ਉੱਦਾਂ ਹੋ ਜਾਂਦੇ। ਜਦੋਂ ਦੂਜੇ ਪਾਸੇ ਤੋਂ ਅਟੈਕ ਕਰਨਾ ਹੁੰਦਾ ਉੱਦਾਂ ਸੇਮ ਜਿਹੜੇ ਹਿੰਦੂ ਫੈਨੈਟਿਕਸ ਨੇ ਉਹ ਵੀ ਇੱਦਾਂ ਹੀ ਕਰਦੇ ਨੇ। ਸੋ ਇਹ ਜਿਹੜੇ ਹੁੰਦੇ ਨੇ ਬਰੀਕ ਜਿਹੜੀਆਂ ਸੰਕੀਰਣ ਧਿਰਾਂ ਬਣਾ ਲੈਣੀਆਂ, ਚੌਖਟੇ ਦੇ ਵਿੱਚ ਅੰਦਰ ਆਪਣੇ ਆਪ ਨੂੰ ਬੰਦ ਕਰ ਲੈਣਾ, ਫਿਰ ਉਹ 'ਚੋਂ ਬਸ ਉਹਦੀਆਂ ਮੋਰੀਆਂ ਰਾਹੀਂ ਹੀ ਝਾਕਣਾ ਬਾਹਰ, ਉਹ 'ਚ ਖੁੱਲ੍ਹ ਕੇ ਕੋਈ ਖਿੜਕੀ ਦਰਵਾਜ਼ਾ ਖੁੱਲ੍ਹਣ ਨਹੀਂ ਦੇਣਾ ਵੀ ਕੋਈ ਤਾਜ਼ੀ ਹਵਾ ਦਾ ਬੁੱਲਾ ਵੀ ਆਵੇ। ਥੋੜ੍ਹਾ ਆਪਣੇ ਨੂੰ ਪੜ੍ਹੀਏ, ਥੋੜ੍ਹਾ ਸਾਹਮਣੇ ਵਾਲੇ ਨੂੰ ਪੜ੍ਹੀਏ, ਉਹਨੂੰ ਕਹੀਏ ਇੱਕ ਕਦਮ ਮੇਰੇ ਵੱਲ ਨੂੰ ਵੱਧ, ਮੈਂ ਵੀ ਤੇਰੇ ਵੱਲ ਨੂੰ ਇੱਕ ਕਦਮ ਵੱਧਦਾ। ਲੋਕ ਤਾਂ ਕੌਮਾਂ ਤਾਂ ਇੱਦਾਂ ਹੀ ਅੱਗੇ ਵੱਧਦੀਆਂ ਨਾ, ਹੈ ਨਾ, ਇੱਦਾਂ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ, ਸਾਰੀ ਲੜਾਈ ਮੁਗਲਾਂ ਨਾਲ ਰਹੀ, ਦੁਸ਼ਮਣ ਮੁਗਲ ਹੀ ਸੀ ਉਸ ਵੇਲੇ। ਲੇਕਿਨ ਐਂ ਤਾਂ ਨਹੀਂ ਸੀ ਕਿ ਗੁਰੂ ਸਾਹਿਬ ਕੋਈ ਐਸੇ ਜਿੱਥੇ ਮੁਸਲਮਾਨ ਦੇਖਦੇ ਸੀ ਤੇ ਕਿਰਪਾਨ ਕੱਢ ਲੈਂਦੇ ਸੀ, ਇੱਦਾਂ ਤਾਂ ਨਹੀਂ ਸੀ ਨਾ, ਹੈ ਨਾ। ਸੰਧੀਆਂ ਵੀ ਹੋਈਆਂ, ਸਮਝੌਤੇ ਵੀ ਹੋਏ, ਕਈ ਲੜਾਈਆਂ ਵਿੱਚ ਉਹਨਾਂ ਨੇ ਸਾਥ ਵੀ ਦਿੱਤਾ ਜਿੱਥੇ ਉਹਨੂੰ ਲੱਗਾ ਵੀ ਨਹੀਂ ਇੱਥੇ ਸਾਡੀ ਸਾਥ ਦੀ ਲੋੜ ਹੈ, ਸਾਡੇ ਕੋਲ ਇੱਕ ਫੌਜ ਹੈਗੀ ਹੈ। ਸੋ ਸਾਡੇ ਇਤਿਹਾਸ ਵਿੱਚ, ਸਾਡੇ ਵਿਰਸੇ 'ਚ ਬਹੁਤ ਕੁਛ ਇਹੋ ਜਿਹਾ ਪਿਆ ਜਿਹਨੂੰ ਪੜ੍ਹ ਕੇ ਫਿਰ ਜਿਹਨੂੰ ਅਪਡੇਟ ਕਰਕੇ ਕਿ ਜਿਸ ਹਾਲਾਤ ਵਿੱਚ ਅੱਜ ਅਸੀਂ ਹਾਂ, ਪੰਜਾਬ ਜਿਸ ਹਾਲਾਤ ਵਿੱਚ ਹੈ, ਸਿੱਖ ਜਿਸ ਹਾਲਾਤ ਦੇ ਵਿੱਚ ਹੈਗਾ, ਪੂਰੇ ਸੰਸਾਰ ਦੇ ਵਿੱਚ, ਪੂਰੇ ਗਲੋਬ ਦੇ ਵਿੱਚ, ਕਿਉਂਕਿ ਇਸ ਵੇਲੇ ਗੱਲ ਸਿਰਫ ਹਿੰਦੁਸਤਾਨ ਦੀ ਨਹੀਂ ਹੈ। ਇਸ ਵੇਲੇ ਸਿੱਖ ਜਰਮਨ 'ਚ ਬੈਠਾ, ਆਸਟ੍ਰੇਲੀਆ 'ਚ ਬੈਠਾ, ਨਿਊਜ਼ੀਲੈਂਡ 'ਚ ਬੈਠਾ, ਕੈਨੇਡਾ, ਇੰਗਲੈਂਡ, ਅਮਰੀਕਾ, ਕਿੱਥੇ ਨਹੀਂ ਸਿੱਖ ਬੈਠਾ। ਜਦੋਂ ਤੁਸੀਂ ਕੋਈ ਪਰਸਪੈਕਟਿਵ ਕਰਦੇ ਹੋ, ਕੋਈ ਬ੍ਰਿਤਾਂਤ ਤੁਸੀਂ ਸ਼ੁਰੂ ਕਰਦੇ ਹੋ, ਜਸਟ ਥਿੰਕ ਅਬਾਊਟ ਆਲ ਦੋ ਸਿੱਖਸ। ਤੁਸੀਂ ਇਹ ਨਾ ਸੋਚੋ ਕਿ ਨਹੀਂ ਪੰਜਾਬ ਤੁਸੀਂ ਤਾਂ ਪੰਜਾਬ ਦੇ ਬਾਰੇ ਨਹੀਂ ਸੋਚਦੇ ਪੂਰੇ ਬਾਰੇ, ਤੁਸੀਂ ਤਾਂ ਪੰਜਾਬ ਦੀ ਥੋੜ੍ਹੀ ਜਿਹੀ ਕਹਿੰਦੇ ਵੀ ਇੱਥੇ ਠੀਕ ਹੈ, ਇੱਦਾਂ ਹੀ ਹਾਲਾ ਕਰ ਦੇਣੀ ਹੈ। ਤੁਸੀਂ ਪੂਰੇ ਵਰਲਡ 'ਚ ਬੈਠੇ ਸਿੱਖ ਜਿਹੜੀ ਹੈਗੀ ਹੈ, ਜਿਹੜੀ ਸਿੱਖੀ ਹੈ ਪੰਜਾਬੀ, ਉਹ ਬਹੁਤ ਦੂਰ ਦੂਰ ਤੱਕ ਫੈਲਿਆ ਹੋਇਆ ਹੈ। ਐਂਡ ਬੜੀਆਂ ਵੱਡੀਆਂ, ਜਿਹੜੀ ਮੈਂ ਰਿਪੋਰਟ ਕਾਰਡ ਦੀ ਗੱਲ ਕਰਦਾ, ਤੁਸੀਂ ਜਿਹੜੇ ਸਾਡੇ ਪੰਜਾਬੀ ਬੈਠੇ ਨੇ ਕੈਨੇਡਾ, ਅਮਰੀਕਾ, ਉਹਨਾਂ ਦਾ ਰਿਪੋਰਟ ਕਾਰਡ ਦੇਖੋ ਨਾ, ਵੱਡੀਆਂ ਵੱਡੀਆਂ ਤਰੱਕੀਆਂ ਉਹਨਾਂ ਨੇ ਕੀਤੀਆਂ ਹੋਈਆਂ। ਤੇ ਜਦੋਂ ਤੁਸੀਂ ਇੱਕ ਬਹੁਤ ਹੀ ਫੂਡ ਜੀ ਕੋਈ ਗੱਲ ਕਰ ਦਿੰਦੇ ਹੋ, ਤੁਸੀਂ ਉਹਨਾਂ ਦੇ ਰਾਹ 'ਚ ਕੰਡੇ ਬੀਜਦੇ ਹੋ। ਫਿਰ ਜੇ ਤੁਸੀਂ ਕਿਸੇ ਦੇ ਰਾਹ 'ਚ ਕੰਡੇ ਬੀਜਦੇ ਹੋ, ਫਿਰ ਤੁਸੀਂ ਜਦੋਂ ਉਹ ਨਾਲ ਨਾ ਤੁਰਨ, ਫਿਰ ਤੁਸੀਂ ਮਿਹਣੇ ਮਾਰੋ ਕਿ ਤੁਸੀਂ ਆਵਾਜ਼ ਕਿਉਂ ਨਹੀਂ ਬੁਲੰਦ ਕਰਦੇ। ਤੁਸੀਂ ਆਵਾਜ਼ ਬੁਲੰਦ ਕਰਨ ਜੋਗੇ ਛੱਡਿਆ ਕਿੱਥੇ ਤੁਸੀਂ? ਜੇ ਤੁਸੀਂ ਆਵਾਜ਼ ਬੁਲੰਦ ਕਰਨ ਜੋਗੇ ਛੱਡਿਆ ਹੁੰਦਾ ਤਾਂ ਹੋ ਸਕਦਾ ਪੰਜਾਬ ਦਾ ਹਿੰਦੂ ਇਸ ਵੇਲੇ ਸੜਕਾਂ 'ਤੇ ਆ ਜਾਂਦਾ, ਭਾਈ ਪੰਜਾਬ ਦੇ ਪੁੱਤ ਨੇ ਕਿਉਂ ਉਹਨਾਂ ਨਾਲ ਇੱਦਾਂ ਕਰਦੇ ਹੋ ਸਕਦਾ ਈਸਾਈ ਵਰਗ ਵੀ ਸਾਹਮਣੇ ਆ ਜਾਂਦਾ ਕਿ ਸਾਡੇ ਨਾਲ ਵੀ ਕੱਲ੍ਹ ਨੂੰ ਇੱਦਾਂ ਹੋ ਸਕਦਾ। ਤੁਸੀਂ ਛੱਡਿਆ ਨਹੀਂ, ਫਿਰ ਇੱਕ ਇਸ ਤੋਂ ਅਗਲਾ ਸਟੈਪ ਵੀ ਹੈ। ਅਗਲਾ ਸਟੈਪ ਇਹ ਹੈ ਕਿ ਵੀ ਤੂੰ 6 ਮਹੀਨੇ ਪਹਿਲਾਂ ਆਲੋਚਨਾ ਕਰ ਰਹੀ ਸਾਡੀ, ਅੱਜ ਤੂੰ ਹੁੰਨਾ ਕੌਣ ਹੈ ਸਾਡੇ ਹੱਕ 'ਚ ਬਿਆਨ ਦੇਣ ਵਾਲਾ? ਮਤਲਬ ਇਸ ਲੈਵਲ 'ਤੇ ਵੀ ਕੱਟੜ ਆ ਗਏ ਅਸੀਂ। ਤੂੰ ਅੱਜ ਹਮਦਰਦੀ 'ਚ ਤਾਂ ਨਾ, ਵਾਹ ਕਮਾਲ ਹੈ, ਤੂੰ ਪਾਸੇ ਹੋ ਜਾ, ਦਫਾ ਹੋ ਜਾ, ਤੈਨੂੰ ਹੱਕ ਨਹੀਂ ਗਾ। ਫਿਰ ਜਿਹੜਾ ਸਿਆਣਾ ਬੰਦਾ ਹੁੰਦਾ ਉਹ ਕਹਿੰਦਾ ਵੀ ਠੀਕ, ਮੈਂ ਚੁੱਪ ਹੀ ਰਹਿਣਾ ਤੇ ਬੈਠਾ ਰਿਹਾ। ਸੋ ਇਸ ਵੇਲੇ ਪੰਜਾਬ
ਉਸ ਸਿਆਣੀ ਬਿਰਤੀ ਵੱਲ ਨੂੰ ਤੁਰਿਆ ਆ। ਪੰਜਾਬ ਨੇ ਦਿੱਲੀ ਮੋਰਚੇ 'ਚੋਂ ਕੁਛ ਸਿੱਖਿਆ। ਮੈਨੂੰ ਇੱਦਾਂ ਲੱਗਦਾ ਕਿ ਪੰਜਾਬ ਨੇ ਕੁਛ ਸਿੱਖਿਆ, ਸਭ ਕੁਛ ਨਹੀਂ, ਪੰਜਾਬ ਹਾਲੇ ਸਿੱਖੂਗਾ। ਹਾਲੇ ਪੰਜਾਬ ਪੂਰੀ ਤਰ੍ਹਾਂ ਸਿਆਣਾ ਨਹੀਂ ਹੋਇਆ, ਪਰ ਲੱਗਦਾ ਕਿ ਪੰਜਾਬ ਸਿਆਣਪ ਵੱਲ ਨੂੰ ਵੱਧ ਰਿਹਾ ਕਿ ਹਰ ਵੇਲੇ ਉਲਾਰ ਬਿਰਤੀ, ਹਰ ਵੇਲੇ ਜਜ਼ਬਾਤੀ ਹੋ ਕੇ ਹਰ ਚੀਜ਼ ਦਾ ਰਿਐਕਸ਼ਨ ਦੇਣਾ ਇਜ਼ ਨਾਟ ਗੁੱਡ। ਤੁਸੀਂ ਸੋਚ ਸਮਝ ਕੇ, ਜ਼ਰੂਰੀ ਨਹੀਂ ਕਿ ਰਿਐਕਸ਼ਨ ਉਸੇ ਦਿਨ ਦੇਣਾ, ਤੁਸੀਂ 3-4 ਦਿਨ ਵੇਟ ਕਰਕੇ ਵੀ ਰਿਐਕਸ਼ਨ ਦੇ ਸਕਦੇ ਹੋ। ਪੰਜਾਬ ਜਿਹੜਾ ਇਸ ਵੇਲੇ ਚੁੱਪ ਨਾਲ ਅਸਹਿਮਤੀ ਜ਼ਾਹਰ ਕਰ ਰਿਹਾ, ਆਉਣ ਵਾਲੇ ਦਿਨਾਂ 'ਚ ਹੋ ਸਕਦਾ ਪੰਜਾਬ ਵੋਕਲ ਹੋ ਜੇ, ਪੰਜਾਬ ਬੋਲ ਕੇ ਅਸਹਿਮਤੀ ਪ੍ਰਗਟ ਕਰੇ ਕਿ ਮੈਂ ਇਸ ਧਿਰ ਦੇ ਖਿਲਾਫ ਆਹ ਮੇਰੀ ਅਸਹਿਮਤੀ ਹੈ। ਸੋ ਸਾਨੂੰ ਸਪੇਸ ਦੇਣੀ ਚਾਹੀਦੀ ਹੈ, ਆਪਣੀ ਸਪੇਸ ਦਾ ਵੀ ਇਸਤੇਮਾਲ ਕਰਨਾ ਚਾਹੀਦਾ, ਆਪਣੀ ਸਪੇਸ ਦੀ ਵੀ ਪੂਰੀ ਇੱਜ਼ਤ ਕਰਨੀ ਚਾਹੀਦੀ ਹੈ ਕਿ ਮੇਰੀ ਸਪੇਸ ਦੇ ਵਿੱਚ ਕੋਈ ਅਟੈਕ ਨਾ ਕਰੇ, ਲੇਕਿਨ ਸਾਹਮਣੇ ਵਾਲੇ ਦੀ ਸਪੇਸ ਦੀ ਵੀ ਉਨੀ ਹੀ ਰਿਸਪੈਕਟ ਕਰਨੀ ਚਾਹੀਦੀ ਹੈ। ਜਿਵੇਂ ਅੰਗਰੇਜ਼ ਕਹਿੰਦੇ ਨੇ ਨਾ ਕਿ ਜਦੋਂ ਤੁਸੀਂ ਸੈਰ ਕਰ ਰਹੇ ਹੋ ਤੁਹਾਨੂੰ ਪੂਰਾ ਹੱਕ ਹੈ ਕਿ ਤੁਸੀਂ ਆਪਣੀ ਸਟਿੱਕ ਘੁਮਾਉਂਦੇ ਹੋਏ ਜਾ ਸਕਦੇ ਹੋ, ਪਰ ਉਹ ਸਟਿੱਕ ਕਿਸੇ ਹੋਰ ਦੇ ਨੱਕ 'ਚ ਨਹੀਂ ਵੱਜਣੀ ਚਾਹੀਦੀ। ਇਹ ਸਿੱਖਣ ਦੀ ਲੋੜ ਹੈ। ਅੱਛਾ, ਮੇਰਾ ਆਖਰੀ ਸਵਾਲ ਜੀ, ਜਦੋਂ ਇੱਕ ਇਨਸਾਨ ਤੇ ਇੱਕ ਸਮਾਜ ਦੇ ਵਿੱਚ ਇੰਨੀਆਂ ਬੰਦਿਸ਼ਾਂ ਲੱਗ ਜਾਣ, ਤੂੰ ਆਹ ਨਹੀਂ ਕਰਨਾ, ਆਹ ਨਹੀਂ ਕਰਨਾ, ਆਹ ਕਰ, ਤਾਂ ਕਿੱਧਰ ਨੂੰ ਜਾਂਦਾ ਲੱਗਦਾ ਸਮਾਜ? ਫਿਰ ਇੱਕ ਇਨਸਾਨ ਤੇ ਇੰਨੀਆਂ ਬੰਦਿਸ਼ਾਂ ਲਾ ਕੇ ਆਪਾਂ ਕਿੱਧਰ ਨੂੰ ਲੈ ਕੇ ਜਾ ਰਹੇ ਹਾਂ? ਅਸਲ ਦੇ ਵਿੱਚ ਤਾਂ ਹੈ ਨਾ ਕਿ ਆਪਾਂ ਇੱਥੋਂ ਅਸੀਂ ਕਹਿੰਦੇ ਇੱਥੇ ਕਹਿੰਦੇ 4 ਬੰਦੇ ਲੈ ਕੇ ਪਏ ਉੱਥੇ ਨੂੰ ਜਾਣਾ, ਅਸੀਂ ਆਹ ਚੀਜ਼ 'ਤੇ ਬਗਾਵਤ ਕਰਨੀ ਆ, ਅਸੀਂ ਇਸ ਚੀਜ਼ ਦੀ ਲੜਾਈ ਲੜਨੀ ਹੈ। ਅਤੇ ਤੁਹਾਡੇ ਮਾਈਂਡ ਦੇ ਵਿੱਚ ਹਮੇਸ਼ਾ ਇੱਕ ਗੱਲ ਹੋਣੀ ਚਾਹੀਦੀ ਹੈ ਕਿ ਇਹ ਜਿੰਨੀਆਂ ਵੀ ਲੜਾਈਆਂ, ਜਿੰਨੀਆਂ ਵੀ ਬਗਾਵਤਾਂ ਆਪਾਂ ਕਰ ਰਹੇ ਹਾਂ, ਕਿਸ ਸ਼ੈ ਦੀ ਖਾਤਰ ਕਰ ਰਹੇ ਹਾਂ? ਜ਼ਿੰਦਗੀ ਦੀ ਖਾਤਰ ਕਰ ਰਹੇ ਹਾਂ। ਜੇ ਜ਼ਿੰਦਗੀ ਦੀ ਖਾਤਰ ਨਹੀਂ ਕਰ ਰਹੇ ਤੁਸੀਂ, ਲੜਾਈ ਸਿਰਫ ਲੜਾਈ ਲਈ ਕਰ ਰਹੇ ਹੋ, ਆਪਣੀ ਧੌਂਸ ਦਿਖਾਉਣ ਲਈ ਕਰ ਰਹੇ ਹੋ, ਆਪਣੀ ਸੁਪਰਮੇਸੀ ਦਿਖਾਉਣ ਲਈ ਕਰ ਰਹੇ ਹੋ, ਜ਼ਿੰਦਗੀ ਨੂੰ ਮਾਈਨਸ ਕਰ ਰਹੇ ਹੋ, ਮੰਨਫੀ ਕਰ ਰਹੇ ਹੋ, ਉਹਦੇ 'ਚ ਕੁਛ ਵੀ ਨਹੀਂ ਨਿਕਲਣਾ ਸਾਰੀਆਂ ਤਰ੍ਹਾਂ, ਮਤਲਬ ਜ਼ਿੰਦਗੀ ਤੋਂ ਮਾਈਨਸ ਕਰਕੇ। ਪਹਿਲਾਂ ਦੇਖੋ ਵੀ ਜ਼ਿੰਦਗੀ ਤੋਂ ਤੁਸੀਂ ਮਾਈਨਸ ਤਾਂ ਨਹੀਂ ਕਰ ਰਹੇ, ਤੁਸੀਂ ਨਿੱਕੀਆਂ ਪਾਬੰਦੀਆਂ ਲਗਾ ਰਹੇ ਹੋ। ਜਦੋਂ ਉਹ ਪਾਬੰਦੀਆਂ ਫਿਰ ਬੈਕਫਾਇਰ ਕਰਦੀਆਂ ਹੈ ਨਾ, ਜਦੋਂ ਇੱਕ ਕਮਿਊਨਿਟੀ, ਕੋਈ ਇੱਕ ਕੌਮ ਕਹਿੰਦੀ ਕਿ ਆਹ ਚੀਜ਼ ਗਲਤ ਹੈ, ਜਿਹੜਾ ਚੀਜ਼ ਆਹ ਚੀਜ਼ ਕਰਦਾ ਰਿਜੈਕਟ, ਰੱਦ, ਆਹ ਚੀਜ਼ ਕਰਦਾ ਰੱਦ, ਅਤੇ ਜਦੋਂ ਫਿਰ ਸਾਡੇ ਵਿੱਚੋਂ ਹੀ ਕੋਈ ਬੰਦਾ ਉਸੇ ਚੀਜ਼ ਦਾ ਸੇਵਨ ਕਰ ਰਿਹਾ ਹੁੰਦਾ, ਫਿਰ ਸਾਡੇ 'ਤੇ ਅਟੈਕ ਹੋ ਜਾਂਦਾ ਵਾਪਸ ਕਿ ਤੁਸੀਂ ਆਹ ਵੀ ਤਾਂ ਕਰ ਰਹੇ ਹੋ। ਜੇ ਅਸੀਂ ਨਾ ਇੱਦਾਂ ਦੀ ਹਰਕਤਾਂ ਕਰੀਏ, ਫਿਰ ਅਸੀਂ ਆਰਾਮ ਨਾਲ ਕਹਿ ਸਕਦੇ ਯਾਰ ਜ਼ਿੰਦਗੀ ਹੈ, ਹਾਲੇ ਉਹ ਬੰਦਾ ਇਸ ਚੀਜ਼ ਦਾ ਸੇਵਨ ਕਰਦਾ ਆ, ਸਮਝ ਜਾਊਗਾ, ਹੌਲੀ ਹੌਲੀ ਚੀਜ਼ਾਂ ਨੂੰ ਛੱਡ ਦਊਗਾ, ਉਹ ਚਾਹੇ ਸਾਡੇ 'ਚੋਂ ਚਾਹੇ ਤੁਹਾਡੇ 'ਚੋਂ। ਇੱਕ ਮੈਂ ਸਿਰਫ ਉਦਾਹਰਣ ਦੇ ਰਿਹਾ, ਬਾਕੀ ਕਿਸੇ ਨੂੰ ਕਿਤਾਬ ਪੜ੍ਹਨ ਦਾ ਸ਼ੌਂਕ ਹੈ, ਕਿਸੇ ਨੂੰ ਕਿਤਾਬ ਪੜ੍ਹਨ ਦਾ ਸ਼ੌਂਕ ਨਹੀਂ ਹੈ, ਅਤੇ ਇਹ ਮੇਰੇ ਵਰਗਾ ਜਿਹੜਾ ਬੰਦਾ ਜਿਹੜਾ ਹਰ ਰੋਜ਼ ਕਿਤਾਬ ਪੜ੍ਹਦਾ, ਜਿਹਦੀ ਲਾਇਬ੍ਰੇਰੀ ਵਿੱਚ ਹਜ਼ਾਰਾਂ ਕਿਤਾਬਾਂ ਪਈਆਂ, ਮੈਂ ਐਵੇਂ ਲੋਕਾਂ ਨੂੰ ਕਹੀ ਜਾਵਾਂ ਤੁਸੀਂ ਕਿਤਾਬ ਨਹੀਂ ਪੜ੍ਹਦੇ, ਤੁਸੀਂ ਤਾਂ ਇਨਸਾਨ ਨਹੀਂ ਹੋ, ਤੁਸੀਂ ਤਾਂ ਮੂਰਖ ਹੋ, ਜੱਡ ਹੋ, ਤੁਸੀਂ ਤਾਂ ਜਿਹੋ ਜਿਹੇ ਦੁਨੀਆ ਤੋਂ ਆਏ। ਨੋ, ਦਿਸ ਇਜ਼ ਨਾਟ ਡਨ, ਹੈ ਨਾ। ਕੋਈ ਬੰਦਾ ਚਾਹ ਨਹੀਂ ਪੀਂਦਾ, ਕੋਈ ਬੰਦਾ ਕੌਫੀ ਨਹੀਂ ਪੀਂਦਾ, ਕੋਈ ਬੰਦਾ ਪਾਣੀ ਪੀ ਜਾਂਦਾ ਸਾਰੀ ਚੀਜ਼ਾਂ, ਉਹ ਦੂਜਿਆਂ ਬੰਦਿਆਂ ਨੂੰ ਨਹੀਂ ਕਹਿ ਸਕਦਾ। ਹਾਂ, ਤੁਸੀਂ ਸਮਝਾ ਸਕਦੇ ਹੋ ਦੂਜਿਆਂ ਨੂੰ ਵੀ ਯਾਰ ਆਹ ਚੀਜ਼ ਚੰਗੀ ਨਹੀਂ ਹੈ। ਇੱਦਾਂ ਆਪਾਂ ਗੁਰਦੁਆਰੇ ਜਾਂਦੇ ਹਾਂ, ਮੈਂ ਨਹੀਂ ਦੇਖਿਆ ਅੱਜ ਤੱਕ ਕੋਈ ਬੰਦਾ ਜਿਹੜਾ ਗੁਰਦੁਆਰੇ ਸਿਰ ਢੱਕੇ ਬਿਨਾਂ ਜਾਂਦਾ ਹੋਵੇ। ਕਿਉਂ? ਕਿਉਂਕਿ ਹਰ ਇੱਕ ਦੇ ਦਿਮਾਗ ਦੇ ਵਿੱਚ ਇੱਕ ਨੈਚੁਰਲ ਤਰੀਕੇ ਨਾਲ, ਸਹਿਜ ਤਰੀਕੇ ਨਾਲ ਇੱਕ ਤੁਹਾਡੇ ਅੰਦਰ ਰਚ ਗਈ, ਰਮ ਗਈ ਚੀਜ਼ ਕਿ ਵੀ ਗੁਰਦੁਆਰਾ ਸਾਹਿਬ ਜੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾਣਾ ਅਤੇ ਪੂਰਾ ਸਤਿਕਾਰ ਦੇਣਾ, ਸਿਜਦਾ ਕਰਨਾ, ਅਤੇ ਸਿਰ ਤੁਹਾਡਾ ਢੱਕਿਆ ਹੋਣਾ ਚਾਹੀਦਾ, ਪੈਰ ਤੁਹਾਡੇ ਨੰਗੇ ਹੋਣੇ ਚਾਹੀਦੇ ਤਾਂ ਕਿ ਤੁਸੀਂ ਸਤਿਕਾਰ ਦੇਣਾ। ਇਹ ਤੁਹਾਨੂੰ ਕਿਸੇ ਨੂੰ ਕੋਈ ਡੰਡਾ ਲੈ ਕੇ ਨਹੀਂ ਸਿਖਾਉਣਾ ਪਿਆ, ਤੁਹਾਡੇ ਅੰਦਰ ਰਚ ਗਿਆ, ਰਮ ਗਿਆ, ਤੁਹਾਡੀਆਂ ਵੈਲਿਊਜ਼ ਬਣ ਗਈਆਂ ਇਸ ਤਰ੍ਹਾਂ ਦੀਆਂ। ਸੋ ਸਾਰੇ ਸੰਘਰਸ਼ ਇੱਦਾਂ ਦੇ ਹੋਣੇ ਚਾਹੀਦੇ ਜਿਹੜੇ ਜ਼ਿੰਦਗੀ ਦੇ ਨਜ਼ਦੀਕ ਹੋਣ, ਬਹੁਤ ਸਹਿਜ ਹੋਣ। ਸਹਿਜ ਗੱਲ ਦਾ ਅਸਰ ਜ਼ਿਆਦਾ ਹੁੰਦਾ, ਅਗਰੈਸਿਵ, ਓਫੈਂਸਿਵ ਹੋ ਕੇ ਬੋਲੀ ਹੋਈ ਗੱਲ ਉਸ ਵੇਲੇ ਤੁਹਾਡੀ ਸੁਪਰਮੇਸੀ ਦਾ ਸ਼ੋਅ ਕਰ ਸਕਦੀ ਹੈ। ਫਲਾਣਾ ਬੰਦਾ ਤੇ ਨਾ ਫੱਟ ਚੱਕ ਦਿੰਦਾ ਹੈ ਨਾ, ਅਤੇ ਇੱਕ ਗਾਲ ਕੱਢੋਗੇ 10 ਗਾਲਾਂ ਕੱਢ ਦਿੰਦਾ ਅੱਗੋਂ, ਪਰ ਉਹਦਾ ਅਸਰ ਨਹੀਂ ਹੁੰਦਾ। ਇਸ ਚੀਜ਼ ਦੇ ਨਾ ਮੈਂ ਇਕੱਲੇ ਇਹ ਨਹੀਂ ਕਹਿੰਦਾ ਵੀ ਕੋਈ ਖਾਲਿਸਤਾਨੀ ਧਿਰ ਹੈ, ਕੋਈ ਕਾਮਰੇਡ ਧਿਰ ਹੈ, ਅਤੇ ਕੋਈ ਹੋਰ ਧਿਰ ਹੈ। ਸਾਰੀਆਂ ਧਿਰਾਂ ਨੂੰ ਮੇਰੀ ਬੇਨਤੀ ਹੈ, ਇਹ ਸਾਰੀਆਂ ਹੀ ਧਿਰਾਂ ਕਰ ਰਹੀਆਂ ਇਹ ਗਲਤ ਕੰਮ, ਓਫੈਂਸਿਵ ਹੋ ਜਾਂਦੀਆਂ ਬਹੁਤ ਜ਼ਿਆਦਾ। ਮਤਲਬ ਜੇ ਤੁਸੀਂ ਅੰਮ੍ਰਿਤਪਾਲ ਦੇ ਖਿਲਾਫ ਕੋਈ ਗੱਲ ਕਰਨੀ ਹੈ, ਤੁਸੀਂ ਨਗਾੜਾ ਵਜਾ ਕੇ ਤੇ ਚੁੱਕਦੇ ਹੋ, ਇਹ ਵੀ ਰੋਂਗ ਹੈ। ਫਿਰ ਕਿਉਂ ਕਹਿੰਦਾ ਕਿ ਫਿਰ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਉੱਦਾਂ ਹੀ ਆਪਣੇ ਅਗੇਂਸਟ ਕਰ ਲੈਂਦੇ ਹੋ, ਭਾਵੇਂ ਉਸ ਤੋਂ ਬਾਅਦ ਤੁਸੀਂ ਬਾਕੀ ਗੱਲਾਂ ਸਾਰੀਆਂ ਸਿਆਣੀਆਂ ਹੀ ਕੀਤੀਆਂ ਹੋਣ। ਸੋ ਓਫੈਂਸਿਵ ਨਹੀਂ ਹੋਣਾ ਚਾਹੀਦਾ, ਐਗਰੈਸਿਵ ਨਹੀਂ ਹੋਣਾ ਚਾਹੀਦਾ, ਗੱਲ ਸਹਿਜ ਨਾਲ ਹੋਣੀ ਚਾਹੀਦੀ ਹੈ। ਪਰ ਸਹਿਜ ਨਾਲ ਗੱਲ ਉਦੋਂ ਹੋਊਗੀ ਜਦੋਂ ਤੁਸੀਂ ਸਿਆਣੇ ਹੋਵੋਗੇ, ਜਦ ਤੁਸੀਂ ਆਪਣੇ ਆਲੇ ਦੁਆਲੇ ਨੂੰ ਸਟੱਡੀ ਕਰੋਗੇ, ਸਮਝਣ ਦੀ ਕੋਸ਼ਿਸ਼ ਕਰੋਗੇ, ਬਾਇਸਡ ਨਹੀਂ ਹੋਵੋਗੇ, ਹਰ ਚੀਜ਼ ਨੂੰ ਤਹੱਮਲ ਨਾਲ ਸਮਝਣ ਦੀ ਕੋਸ਼ਿਸ਼ ਕਰੋਗੇ। ਅੱਜ ਪੰਜਾਬ ਨੂੰ ਇਸ ਤਹੱਮਲ ਦੀ ਬਹੁਤ ਜ਼ਿਆਦਾ ਲੋੜ ਹੈ। ਪੰਜਾਬ ਖਤਰਨਾਕ ਮੋੜ 'ਤੇ ਖੜ੍ਹਾ ਹੈ, ਲੱਗਦਾ ਹੈ ਕਿ ਪੰਜਾਬ ਸਹੀ ਮੋੜ ਕੱਟ ਲਏਗਾ, ਪਰ ਕੁਝ ਜ਼ਰੂਰੀ ਨਹੀਂ ਹੈ। ਇਹ ਆਉਣ ਵਾਲੇ ਵਕਤ ਦੇ ਗਰਭ 'ਚ ਪਿਆ ਹੈ ਕਿ ਪੰਜਾਬ ਕਿਸ ਪਾਸੇ ਨੂੰ ਮੋੜ ਕੱਟੇਗਾ, ਸਟੇਟ ਕਿੱਥੋਂ ਤੱਕ ਜਾਣਾ ਚਾਹੁੰਦੀ ਹੈ, ਕਿੱਥੇ ਤੱਕ ਜਾਏਗੀ, ਇਹ ਚੀਜ਼ਾਂ ਹਾਲੇ ਫਿਊਚਰ ਦੇ ਗਰਭ 'ਚ ਪਈਆਂ ਨੇ, ਚੀਜ਼ਾਂ ਬਦਲਣੀਆਂ। ਪੰਜਾਬ ਨੂੰ ਬਹੁਤ ਅਲਰਟ ਹੋਣ ਦੀ ਲੋੜ ਹੈ, ਪੰਜਾਬ ਨੂੰ ਆਪਣੇ ਬੱਚਿਆਂ ਪ੍ਰਤੀ, ਆਪਣੇ ਨੌਜਵਾਨਾਂ ਪ੍ਰਤੀ ਵੀ ਅਲਰਟ ਹੋਣ ਦੀ ਲੋੜ ਹੈ, ਲੇਕਿਨ ਉਹਨਾਂ ਮੂਵਮੈਂਟਸ ਦੇ ਪ੍ਰਤੀ ਵੀ ਅਲਰਟ ਹੋਣ ਦੀ ਲੋੜ ਹੈ ਜਿਹੜੀਆਂ ਮੂਵਮੈਂਟਸ ਲੱਗਦਾ ਹੈ ਕਿ ਪੰਜਾਬ ਦੀ ਖਾਤਰ ਲੜੀਆਂ ਜਾ ਰਹੀਆਂ, ਪਰ ਪੰਜਾਬ ਕਨਵਿੰਸ ਨਹੀਂ ਹੋ ਰਿਹਾ ਕਿ ਮੇਰੀ ਖਾਤਰ ਸੱਚਮੁੱਚ ਲੜੀਆਂ ਜਾ ਰਹੀਆਂ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਐਨਾਲਿਸਿਸ ਕਰਕੇ ਇੱਕੋ ਹੀ ਸਮੇਂ ਆਪਣੇ ਜ਼ਿੰਦਗੀ ਦੇ ਸਾਰੇ ਦੁਸ਼ਮਣ ਆਇਡੈਂਟੀਫਾਈ ਕਰ ਲੈਣੇ ਚਾਹੀਦੇ ਆ, ਅਤੇ ਜ਼ਿੰਦਗੀ ਦੇ ਸਾਰੇ ਦੋਸਤ ਆਇਡੈਂਟੀਫਾਈ ਕਰ ਲੈਣੇ ਚਾਹੀਦੇ ਆ। ਫਿਰ ਦੇਖਾਂਗੇ
ਕਿ ਦੋਸਤਾਂ ਦੀ ਗਿਣਤੀ ਵੱਧ ਹੈ ਕਿ ਦੁਸ਼ਮਣਾਂ ਦੀ ਗਿਣਤੀ ਵੱਧ ਹੈ। ਜੇ ਦੋਸਤਾਂ ਦੀ ਵੱਧ ਹੋਏਗੀ ਆਪਾਂ ਹਾਰਾਂਗੇ ਨਹੀਂ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਡਾਕਟਰ ਸਾਹਿਬ ਸਿੰਘ ਹੁਣਾਂ ਨਾਲ ਗੱਲਬਾਤ ਕੀਤੀ, ਪੰਜਾਬ ਦੀ ਚੁੱਪ ਕਿਉਂ ਆ ਉਹਦੇ ਬਾਰੇ ਖਾਸ ਗੱਲ ਕੀਤੀ, ਸੰਜਮ ਬਾਰੇ ਗੱਲ ਕੀਤੀ। ਤਾਂ ਮੈਨੂੰ ਲੱਗਦਾ ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਸੁਣਨਾ ਤਾਂ ਸਹਿਜ ਸੰਜਮ ਤੁਹਾਡੇ ਵਿੱਚ ਹੋਣਾ ਬਹੁਤ ਜ਼ਰੂਰੀ ਆ। ਅਖੀਰ ਤੱਕ ਜ਼ਰੂਰ ਦੇਖਿਓ, ਜੁੜੇ ਰਹੋ ਦੁਨੀਆ ਦੇ ਨਾਲ।